ਸੋ ਅਸੀਂ ਇਸ ਵੇਲੇ ਨਿਆਂਇਆਂ ਦਾ 16ਵਾਂ ਭਾਗ 372 ਪੰਨਾ ਉਸਦੀ 14 ਆਇਤ ਤੋਂ ਮੇਰੀ ਭੈਣ ਪੜਨ ਲੱਗੀ ਮੇਰੇ। ਗੋ ਹੈਡ। ਜਦੋਂ ਸਮਸਨ ਸੌਂ ਗਿਆ ਤਾਂ ਦਲੀਲਾ ਨੇ ਉਸਦੇ ਸਿਰ ਦੇ ਵਾਲਾਂ ਦੀਆਂ 7 ਲਟਾਂ ਲੈ ਕੇ ਤਾਣੇ ਨਾਲ ਉਣੀਆਂ ਤੇ ਕੱਸ ਕੇ ਕਿਲੇ ਨਾਲ ਬੰਨ੍ਹ ਦਿੱਤੀਆਂ। ਤਦ ਉਸਨੇ ਸਮਸਨ ਨੂੰ ਕਿਹਾ, ਸਮਸਨ, ਫਿਲਿਸਤੀਆਂ ਨੇ ਤੇਰੇ ਉੱਤੇ ਹੱਲਾ ਬੋਲ ਦਿੱਤਾ ਹੈ। ਸਮਸਨ ਨੇ ਤੁਰੰਤ ਉੱਠ ਕੇ ਕਿਲੇ ਨੂੰ ਪੁੱਟ ਦਿੱਤਾ। ਦਲੀਲਾ ਨੇ ਫਿਰ ਉਸਨੂੰ ਕਿਹਾ, ਤੂੰ ਕਿਸ ਤਰ੍ਹਾਂ ਦਾਅਵਾ ਕਰ ਸਕਦਾ ਹੈ ਕਿ ਤੂੰ ਮੈਨੂੰ ਪਿਆਰ ਕਰਦਾ ਹੈ? 3 ਵਾਰ ਤੂੰ ਝੂਠ ਬੋਲ ਕੇ ਮੈਨੂੰ ਮੂਰਖ ਬਣਾਇਆ ਹੈ। ਤੂੰ ਮੈਨੂੰ ਦੱਸਿਆ ਨਹੀਂ ਕਿ ਤੇਰੇ ਬਲ ਦਾ ਕੀ ਭੇਦ ਹੈ। ਦਲੀਲਾ ਹਰ ਦਿਨ ਉਸਦੇ ਪਿੱਛੇ ਪੈ ਕੇ ਪੁੱਛਦੀ ਰਹੀ ਤਾਂ ਇੱਕ ਦਿਨ ਸਮਸਨ ਦਾ ਦਿਲ ਪਸੀਜ ਗਿਆ। ਤਦ ਉਸਨੇ ਆਪਣੇ ਦਿਲ ਦਾ ਭੇਦ ਦਲੀਲਾ ਉੱਤੇ ਪ੍ਰਗਟ ਕੀਤਾ। ਉਸਨੇ ਕਿਹਾ, ਜਨਮ ਤੋਂ ਹੀ ਮੇਰੇ ਸਿਰ ਉੱਤੇ ਉਸ ਤਰ੍ਹਾਂ ਨਹੀਂ ਫਿਰਿਆ। ਸੋ ਜੇਕਰ ਮੇਰਾ ਸਿਰ ਮੁੰਨ ਦਿੱਤਾ ਜਾਵੇ ਤਾਂ ਮੇਰਾ ਸਾਰਾ ਬਲ ਖਤਮ ਹੋ ਜਾਵੇਗਾ ਤੇ ਮੈਂ ਆਮ ਆਦਮੀਆਂ ਵਾਂਗ ਹੋ ਜਾਵਾਂਗਾ। ਦਲੀਲਾ ਜਾਣ ਗਈ ਕਿ ਉਸਨੇ ਸੱਚ ਪ੍ਰਗਟ ਕਰ ਦਿੱਤਾ ਹੈ ਤਾਂ ਉਸਨੇ ਫਿਲਿਸਤੀ ਆਗੂਆਂ ਕੋਲ ਸੰਦੇਸ਼ ਘੱਲਿਆ, ਤੁਸੀਂ ਕੇਵਲ ਇੱਕ ਵਾਰ ਵਾਪਸ ਆਓ। ਉਸਨੇ ਮੇਰੇ ਤੇ ਅਸਲੀ ਸੱਚ ਪ੍ਰਗਟ ਕਰ ਦਿੱਤਾ ਹੈ। ਉਹ ਸਭ ਆਗੂ ਆਪਣੇ ਨਾਲ ਕਹੇ ਅਨੁਸਾਰ ਪੈਸਾ ਲੈ ਕੇ ਆਏ। ਦਲੀਲਾ ਨੇ ਸਮਸਨ ਦਾ ਸਿਰ ਗੋਦ ਵਿੱਚ ਰੱਖ ਕੇ ਤੇ ਉਸਦੇ ਸਿਰ ਦੇ ਵਾਲਾਂ ਦੀਆਂ 7 ਲਟਾਂ ਕੱਟ ਦਿੱਤੀਆਂ। ਫਿਰ ਉਸਨੇ ਸਮਸਨ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ, ਪਰ ਉਹ ਕੁਝ ਨਾ ਕਰ ਸਕਿਆ ਕਿਉਂਕਿ ਉਸਦਾ ਬਲ ਖਤਮ ਹੋ ਗਿਆ ਸੀ। ਦਲੀਲਾ ਨੇ ਉੱਚੀ ਨਾਲ ਕਿਹਾ, ਸਮਸਨ, ਫਿਲਿਸਤੀਆਂ ਨੇ ਤੇਰੇ ਉੱਤੇ ਹੱਲਾ ਬੋਲ ਦਿੱਤਾ ਹੈ। ਸਮਸਨ ਨੇ ਇਹ ਸੋਚਦੇ ਹੋਏ ਕਿ ਉਹ ਪਹਿਲਾਂ ਦੀ ਤਰ੍ਹਾਂ ਉੱਠ ਕੇ ਆਪਣੇ ਆਪ ਨੂੰ ਸੁਤੰਤਰ ਕਰ ਲਵੇਗਾ, ਉੱਠਣ ਦੀ ਕੋਸ਼ਿਸ਼ ਕੀਤੀ, ਪਰ ਉਹ ਉੱਠ ਨਾ ਸਕਿਆ। ਉਹ ਜਾਣਦਾ ਨਹੀਂ ਸੀ ਕਿ ਪ੍ਰਭੂ ਨੇ ਉਸਨੂੰ ਛੱਡ ਦਿੱਤਾ ਹੈ। ਤਦ ਫਿਲਿਸਤੀ ਨੇ ਉਸਨੂੰ ਫੜ ਕੇ ਉਸਦੀਆਂ ਅੱਖਾਂ ਕੱਢ ਦਿੱਤੀਆਂ ਤੇ ਉਸਨੂੰ ਕਹੇ ਦੀਆਂ ਬਣੀਆਂ ਬੇੜੀਆਂ ਨਾਲ ਬੰਨ੍ਹ ਦਿੱਤਾ। ਉਹਨਾਂ ਉਸਨੂੰ ਅਜਾਹ ਵਿੱਚ ਲੈ ਜਾ ਕੇ ਕੈਦ ਵਿੱਚ ਬੰਦ ਕਰ ਦਿੱਤਾ, ਪਰ ਉੱਥੇ ਉਸਦੇ ਸਿਰ ਦੇ ਵਾਲ ਵਧਣੇ ਸ਼ੁਰੂ ਹੋ ਗਏ। ਸੋ ਬਾਲਾਂ ਦੀ ਗੱਲ ਨਹੀਂ ਹੈਗੀ, ਜਿਹੜੀ ਮੇਨ ਚੀਜ਼ ਹੈਗੀ ਆ ਕਿ ਹੁਣ ਸਮਸਨ ਪ੍ਰਭੂ ਦੇ ਅੱਗੇ ਉਸਨੇ ਝੁਕਣਾ ਸ਼ੁਰੂ ਕਰ ਦਿੱਤਾ। ਉਸਨੂੰ ਇਸ ਚੀਜ਼ ਦਾ ਖਬਰ ਹੀ ਨਹੀਂ ਸੀਗੀ ਹੁਣ ਤੱਕ ਕਿ ਪ੍ਰਭੂ ਨੇ ਉਸਨੂੰ ਕਿੰਨੀ ਵੱਡੀ ਬਰਕਤ ਦਿੱਤੀ। ਕੁਛ ਇੱਕ ਚੀਜ਼ਾਂ ਜਿਸਲੇ ਇਨਸਾਨ ਦੇ ਕੋਲੋਂ ਚਲੀਆਂ ਜਾਂਦੀਆਂ ਨਾ, ਉਸਨੂੰ ਫਿਰ ਪਤਾ ਲੱਗਦਾ, ਫਿਰ ਉਹਦੀ ਰੂਹ ਉਹਨਾਂ ਦੇ ਲਈ ਰੋਂਦੀ ਆ ਔਰ ਉਸਦੀ ਰੂਹ, ਉਸਦਾ ਆਪਣਾ ਆਪ ਉਸਨੂੰ ਲਾਂਘਣਾ ਪੈਂਦਾ। ਯਾਦ ਰੱਖੋ, ਦੂਜੇ ਲੋਕ ਸਾਡੇ ਉੱਤੇ ਲਾਂਘਤਾਂ ਪਾਉਣ ਉਹਦਾ ਨਹੀਂ ਇੰਨਾ ਅਸਰ ਹੁੰਦਾ, ਜੋ ਮਰਜ਼ੀ ਕਹੀ ਜਾਣ, ਉਹ ਅਸੀਂ ਲਾ ਸਕਦੇ ਹਾਂ, ਇੱਕ ਪਾਸੇ ਕਰ ਸਕਦੇ ਹਾਂ, ਅਸੀਂ ਬਹਾਨੇ ਬਣਾ ਲੈਂਦੇ ਹਾਂ। ਘਰ ਦੇ ਸਾਡੇ ਤੇ ਲਾਂਘਤਾਂ ਪਾਉਣ ਤੇ ਉਹਦਾ ਵੀ ਅਸੀਂ ਕੋਈ ਨਾ ਕੋਈ ਬਹਾਨਾ ਕੱਢ ਲੈਂਦੇ ਹਾਂ, ਪਰ ਜਿਸਲੇ ਸਾਡਾ ਆਪਣਾ ਆਪ ਸਾਡੇ ਤੇ ਲਾਂਘਤ ਪਾਉਂਦਾ ਨਾ, ਉਹਦੇ ਚੋਂ ਨਿਕਲਣਾ ਬਹੁਤ ਮੁਸ਼ਕਲ ਹੁੰਦਾ। ਔਰ ਉਹ ਗੁੱਡ ਚੀਜ਼ ਹੁੰਦੀ ਕਿਉਂਕਿ ਉਹਦੇ ਵਿੱਚੋਂ ਇਨਸਾਨ ਰਸਤਾ ਲੱਭਣਾ ਫਿਰ ਸ਼ੁਰੂ ਕਰਦਾ। ਔਰ ਇੱਥੇ ਜਿਹੜੀ ਚੀਜ਼ ਅਸੀਂ ਦੇਖਦੇ ਪਏ ਹਾਂ ਕਿ ਜਿਸਲੇ ਉਹਦੀਆਂ ਬੇੜੀਆਂ ਪੈ ਗਈਆਂ ਔਰ ਜਿਸਲੇ ਲਿਜਾ ਕੇ ਉਹਨਾਂ ਨੇ ਉਹਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ, ਤੇ ਫਿਰ ਉਸਨੂੰ ਪਤਾ ਲੱਗਾ ਕਿ ਪ੍ਰਭੂ ਤੋਂ ਸਿਵਾਏ ਮੇਰਾ ਕੋਈ ਹੈ ਨਹੀਂ, ਪ੍ਰਭੂ ਤੋਂ ਸਿਵਾਏ ਮੇਰਾ ਕੋਈ ਹੈ ਨਹੀਂ। ਔਰ ਪ੍ਰਭੂ ਦੀ ਦਇਆ ਉਸ ਦੇ ਉੱਤੇ ਵਧਣੀ ਸ਼ੁਰੂ ਹੋ ਗਈ। ਉਹ ਸਿਰਫ ਇੱਕ ਨਿਸ਼ਾਨੀ ਸੀ ਕਿ ਉਹ ਹੱਥ ਲਾ ਕੇ ਦੇਖੇ ਤਾਂ ਜਿਸਲੇ ਉਹ ਦੇਖੇ ਕਿ ਮੇਰੇ ਵਾਲ ਮੁੜ ਕੇ ਵੱਧ ਗਏ ਤੇ ਉਹ ਸਮਾਂ ਆ ਗਿਆ, ਮੈਂ ਪ੍ਰਭੂ ਨੇ ਮੇਰੀ ਸੁਣ ਲਈ ਆ। ਦੈਟ ਇਜ਼ ਵਾਟ ਇਟ ਮੀਨਸ। ਬਾਕੀ ਬਾਲਾਂ ਦੇ ਵਿੱਚ ਕੋਈ ਸ਼ਕਤੀ ਨਹੀਂ। ਹਾਂ, ਯਹੂਦੀਆਂ ਨੇ ਵੀ ਬਾਲ ਰੱਖੇ ਹੁੰਦੇ ਆ, ਲੇਕਿਨ ਉਹਨਾਂ ਵਿੱਚੋਂ ਜਿਹੜੇ ਨਜ਼ੀਰ ਕੀਤੇ ਹੁੰਦੇ ਬੱਚੇ ਤੁਸੀਂ ਦੇਖੋਗੇ, ਜਿਸਲੇ ਖਾਸ ਕਰਕੇ ਜਿਹੜੇ ਇਜ਼ਰਾਈਲ ਦੀਆਂ ਪਿਕਚਰਾਂ ਦੇਖੋਗੇ ਤਾਂ ਤੁਸੀਂ ਉਸਦੇ ਵਿੱਚ ਦੇਖੋਗੇ ਉਹਨਾਂ ਨੇ ਕਾਲੇ ਟੋਪ ਲਏ ਹੁੰਦੇ ਆ ਤੇ ਇੱਥੇ ਸਾਈਡ ਤੇ ਉਹਨਾਂ ਦੇ ਗੁੱਤਾਂ ਹੁੰਦੀਆਂ ਕੀਤੀਆਂ ਬੰਦਿਆਂ ਦੇ। ਉਸ ਤੋਂ ਪਤਾ ਲੱਗ ਜਾਂਦਾ ਕਿ ਇਹ ਨਜ਼ਰ ਕੀਤਾ ਹੈ, ਇਹ ਨਜ਼ੀਰ ਆ। ਇਹਦੇ ਮਾਂ-ਬਾਪ ਨੇ ਇਸ ਨੂੰ ਬਚਪਨ ਦੇ ਵਿੱਚ ਹੀ ਪ੍ਰਭੂ ਦੇ ਅੱਗੇ ਨਜ਼ਰ ਕਰ ਦਿੱਤਾ ਸੀ। ਔਰ
ਇਸ ਕਰਕੇ ਉਹਨਾਂ ਦੀ ਜਿਹੜੀ ਪੜ੍ਹਾਈ ਆ, ਜਿਹੜੇ ਉਹਨਾਂ ਦੇ ਜਿਹੜੇ ਟੀਚਰ ਆ, ਜਿਹੜੇ ਉਹਨਾਂ ਦੇ ਪੁਰਾਣੇ ਨਿਯਮ ਦੇ ਟੀਚਰ ਆ, ਜਿਹੜੇ ਉਹਨਾਂ ਦੇ ਬਿਬਲੀਕਲ ਟੀਚਰ ਆ, ਉਹੀ ਕਰਾਉਂਦੇ ਆ। ਠੀਕ, ਸੋ ਉਸਦੇ ਜਿਹੜੇ ਵਾਲ ਆ ਹੁਣ ਵਧਣੇ ਸ਼ੁਰੂ ਹੋ ਗਏ। ਸੋ ਆਓ ਹੁਣ ਆਪਾਂ 23ਵੇਂ ਭਾਵ ਦੇ ਵਿੱਚ ਪਹੁੰਚ ਗਏ ਹਾਂ। ਸੌਰੀ, 23ਵਾਂ ਭਾਵ ਕਿਹਾ ਥਾ, ਅਸੀਂ ਹੁਣ 23ਵੀਂ ਆਇਤ 'ਚ ਪਹੁੰਚ ਗਏ ਹਾਂ। ਆਓ ਅਸੀਂ 23 ਤੋਂ ਲੈ ਕੇ ਇਸ ਦੀ 31 ਆਇਤ ਤੱਕ ਇਸ ਨੂੰ। ਸਮਸੂਨ ਦੀ ਮੌਤ। ਤਦ ਫਿਲਸਤੀ ਆਗੂ ਆਪਣੇ ਦੇਵਤੇ ਦਾਗੋਨ ਦੇ ਅੱਗੇ ਬਲੀ ਚੜਾਉਣ ਲਈ ਇਕੱਠੇ ਹੋਏ। ਉਹ ਕਹਿੰਦੇ ਸਨ, ਉਸਨੇ ਸਾਨੂੰ ਸਾਡੇ ਵੈਰੀ ਸਮਸੂਨ ਉੱਤੇ ਜਿੱਤ ਦਿੱਤੀ ਹੈ। ਲੋਕਾਂ ਨੇ ਜਦੋਂ ਸਮਸੂਨ ਨੂੰ ਵੇਖਿਆ ਤਾਂ ਉਹਨਾਂ ਵੀ ਕਿਹਾ, ਸਾਡੇ ਦੇਵਤੇ ਨੇ ਸਾਡੇ ਵੈਰੀ ਸਮਸੂਨ ਨੂੰ ਸਾਡੇ ਹੱਥੀਂ ਸੌਂਪਿਆ ਹੈ, ਜਿਸ ਨੇ ਸਾਡੇ ਦੇਸ਼ ਦਾ ਬੁਰਾ ਹਾਲ ਕੀਤਾ ਸੀ ਅਤੇ ਸਾਡੇ ਬਹੁਤ ਸਾਰੇ ਲੋਕਾਂ ਨੂੰ ਕਤਲ ਕੀਤਾ ਸੀ। ਆਗੂਆਂ ਨੇ ਆਨੰਦ ਦੀ ਹਾਲਤ ਵਿੱਚ ਆ ਕੇ ਆਗਿਆ ਦਿੱਤੀ, ਸਮਸੂਨ ਨੂੰ ਸੱਦੋ ਕਿ ਉਹ ਸਾਡੇ ਦਿਲ ਬਹਿਲਾਵੇ। ਸੋ ਉਹ ਸਮਸੂਨ ਨੂੰ ਕੈਦ ਵਿੱਚੋਂ ਕੱਢ ਕੇ ਉੱਥੇ ਲੈ ਆਏ ਤੇ ਉਸ ਨੂੰ ਹਾਲ ਦੇ ਦੋਹਾਂ ਥੰਮਾਂ ਦੇ ਵਿਚਕਾਰ ਖੜਾ ਕਰ ਦਿੱਤਾ। ਸਮਸੂਨ ਨੇ ਆਪਣੇ ਪਾਸ ਖੜੇ ਲੜਕੇ ਨੂੰ ਕਿਹਾ, ਮੈਨੂੰ ਥੰਮਾਂ ਦੇ ਕੋਲ ਲੈ ਚੱਲ, ਕਿਉਂਕਿ ਮੈਂ ਉਹਨਾਂ ਦੇ ਸਹਾਰੇ ਖੜਾ ਹੋਣਾ ਚਾਹੁੰਦਾ ਹਾਂ। ਉਹ ਹਾਲ ਆਦਮੀਆਂ ਤੇ ਔਰਤਾਂ ਨਾਲ ਭਰਿਆ ਹੋਇਆ ਸੀ ਤੇ ਫਿਲਸਤੀਆਂ ਦੇ ਸਭ ਆਗੂ ਉਸ ਵੇਲੇ ਉੱਥੇ ਹਾਜ਼ਰ ਸਨ। ਕੋਈ 3000 ਲੋਕ ਹਾਲ ਦੀ ਛੱਤ ਉੱਤੇ ਵੀ ਖੜੇ ਸਨ ਕਿ ਉਹ ਸਮਸੂਨ ਨੂੰ ਖੇਲ ਕਰਦਿਆਂ ਦੇਖਣ। ਸਮਸੂਨ ਨੇ ਉਸ ਸਮੇਂ ਪ੍ਰਾਰਥਨਾ ਕੀਤੀ, ਹੇ ਪ੍ਰਭੂ ਪਰਮੇਸ਼ਰ, ਤੂੰ ਬਸ ਇੱਕ ਵਾਰ ਮੈਨੂੰ ਮੇਰਾ ਪਹਿਲੇ ਵਾਲਾ ਬਲ ਦੇ ਕਿ ਮੈਂ ਆਪਣਾ ਅੰਤਮ ਬਦਲਾ ਇਹਨਾਂ ਫਿਲਸਤੀਆਂ ਤੋਂ ਲਵਾਂ, ਜਿਨ੍ਹਾਂ ਨੇ ਮੇਰੀਆਂ ਅੱਖਾਂ ਕੱਢੀਆਂ ਹਨ। ਤਦ ਸਮਸੂਨ ਨੇ ਉਸ ਹਾਲ ਦੇ ਦੋਹਾਂ ਥੰਮਾਂ ਨੂੰ ਆਪਣੇ ਦੋਹਾਂ ਹੱਥਾਂ ਨਾਲ ਫੜਿਆ ਤੇ ਇੱਕ ਉੱਤੇ ਆਪਣੇ ਸੱਜੇ ਹੱਥ ਦਾ ਦਬਾਅ ਪਾਉਣਾ ਸ਼ੁਰੂ ਕੀਤਾ ਅਤੇ ਦੂਜੇ ਉੱਤੇ ਖੱਬੇ ਹੱਥ ਦਾ। ਇਹਨਾਂ ਦੋਹਾਂ ਥੰਮਾਂ ਦੇ ਸਹਾਰੇ ਇਹ ਹਾਲ ਖੜਾ ਸੀ। ਸਮਸੂਨ ਨੇ ਆਪਣੇ ਪੂਰੇ ਬਲ ਨਾਲ ਦੋਹਾਂ ਥੰਮਾਂ ਨੂੰ ਦਬਾਇਆ ਤੇ ਕਿਹਾ, ਮੈਨੂੰ ਵੀ ਫਿਲਸਤੀਆਂ ਦੇ ਨਾਲ ਹੀ ਮਰ ਜਾਣ ਦੇ। ਅਤੇ ਉਸ ਦੇ ਇਹ ਕਹਿੰਦਿਆਂ ਹੀ ਹਾਲ ਫਿਲਸਤੀ ਆਗੂਆਂ ਤੇ ਲੋਕਾਂ ਉੱਤੇ ਡਿੱਗ ਪਿਆ। ਇਸ ਤਰ੍ਹਾਂ ਉਸ ਦਿਨ ਉਸਨੇ ਬਹੁਤ ਫਿਲਸਤੀ ਇਕੱਠੇ ਮਾਰੇ, ਜਿਨ੍ਹਾਂ ਦੀ ਗਿਣਤੀ ਉਹਨਾਂ ਤੋਂ ਕਿਤੇ ਅਧਿਕ ਸੀ, ਜੋ ਉਸਨੇ ਆਪਣੇ ਜੀਂਦੋ ਜੀ ਮਾਰੇ ਸਨ। ਤਦ ਉਸਦੇ ਭਰਾ ਆਪਣੇ ਟੱਬਰ ਦੇ ਬਾਕੀ ਲੋਕਾਂ ਨਾਲ ਆਏ ਤੇ ਉਸਦੀ ਲਾਸ਼ ਨੂੰ ਚੁੱਕ ਕੇ ਲੈ ਗਏ। ਉਹਨਾਂ ਨੇ ਉਸਦੀ ਲਾਸ਼ ਨੂੰ ਸਾਰਾ ਅਤੇ ਕਸਤਾਉਲ ਦੇ ਵਿਚਕਾਰ ਉਸਦੇ ਪਿਤਾ ਮਨੋਆ ਦੀ ਕਬਰ ਵਿੱਚ ਦਫਨਾ ਦਿੱਤਾ। ਸਮਸੂਨ ਨੇ ਇਜ਼ਰਾਈਲੀਆਂ ਦਾ 20 ਸਾਲ ਨਿਆਂ ਪ੍ਰਬੰਧ ਕੀਤਾ ਸੀ। ਆਮੀਨ। 20 ਸਾਲ ਸ਼ਾਂਤੀ ਰੱਖੀ ਸੀ ਉਸਨੇ। ਇੱਥੇ ਜਿਹੜੀ ਮੇਨ ਚੀਜ਼ ਦੇਖਣ ਵਾਲੀ ਹੈ ਨਾ, ਉਹ ਇੱਥੇ ਇਸ ਦੀ ਨਮਰਤਾ ਹੁਣ ਦੇਖਣ ਵਾਲੀ। ਅੱਗੇ ਪ੍ਰਭੂ ਇਹਦੇ ਪਿੱਛੇ ਦੌੜਦਾ ਸੀ ਕਿ ਤੂੰ ਮੇਰੀ ਆਗਿਆਕਾਰੀ ਕਰ। ਹੁਣ ਇਹ ਪ੍ਰਭੂ ਦੀ ਹਜ਼ੂਰੀ ਵੱਲ ਨੂੰ ਦੌੜਦਾ ਪਿਆ ਕਿ ਤੂੰ ਮੇਰੇ ਉੱਤੇ ਰਹਿਮ ਕਰ, ਤੂੰ ਮੇਰੇ ਉੱਤੇ ਰਹਿਮ ਕਰ। ਸੋ ਜਿਹੜੀ ਚੀਜ਼ ਇੱਥੇ ਅਸੀਂ ਮੇਨ ਦੇਖਦੇ ਪਏ ਆ ਨਾ, ਉਹ ਇਹ ਆ ਕਿ ਉਹ ਇਹ ਸਮਝਦੇ ਆ ਕਿ ਸਾਡੇ ਦੇਵਤੇ ਦਾਗੋਨ ਨੇ ਸਾਡੇ ਉੱਤੇ ਇਹ ਰਹਿਮ ਕੀਤੀ ਆ। ਔਰ ਜਿਸ ਵੇਲੇ ਅਸੀਂ ਆਰਕਾਈਵਸ ਦੇ ਵਿੱਚ ਜਾਂਦੇ ਆ ਤੇ ਸਾਨੂੰ ਪਤਾ ਲੱਗਦਾ ਕਿ ਜਿਹੜਾ ਸੋ ਬੇਸਿਕਲੀ ਸਾਨੂੰ ਜਿੱਥੋਂ, ਕਿਉਂਕਿ ਆਪਾਂ ਇਹਨਾਂ ਦੇ ਲੋਕਾਂ, ਜਿਹੜੇ ਅਸੀਂ ਫਿਲਸਤੀਆਂ ਨੂੰ ਦੇਖਦੇ ਹਾਂ ਤੇ ਫਿਲਸਤਾ ਇਹਨਾਂ ਨੂੰ ਫਿਲਸਤਾ ਕਹਿੰਦੇ ਇਹਨਾਂ ਲੋਕਾਂ ਨੂੰ। ਔਰ ਆਹ ਇਹਨਾਂ ਦਾ ਦੇਵਤਾ ਦਾਗੋਨ ਅੱਧੀ ਮੱਛੀ ਔਰ ਅੱਧਾ ਇਨਸਾਨ ਦਾ ਧੜ ਉੱਤੇ ਆ। ਔਰ ਇਹਦੇ ਕਰਕੇ ਜਿਹੜਾ ਹੈਗੀ ਆ ਮੇਨ ਚੀਜ਼ ਜਿਹੜੀ ਅਸੀਂ ਇਹਦੇ ਵਿੱਚ ਦੇਖਦੇ ਪਏ ਆ ਕਿ ਇਹ ਦਾਗੋਨ ਦਾ ਜਿਹੜਾ ਦੇਵਤਾ ਆ, ਇਹ ਮੋਸਟਲੀ ਜਿਹੜੇ ਲੋਕ ਜਿਹੜੇ ਜਿਨ੍ਹਾਂ ਦੇ ਕੋਲ ਸ਼ਿਪ ਹੁੰਦੇ ਸੀਗੇ, ਜਿਹਨਾਂ ਦਾ ਬਿਜ਼ਨਸ ਹੁੰਦਾ ਸੀ ਸ਼ਿਪਾਂ ਦਾ, ਜਿਹੜੇ ਕੰਢਿਆਂ ਤੇ ਰਾਜ ਬਸਿਓ ਹੁੰਦੇ ਸੀਗੇ, ਇਹ ਉਹਨਾਂ ਦਾ ਦੇਵਤਾ ਗਿਣਿਆ ਜਾਂਦਾ ਸੀ। ਉਹ ਇਸ ਨੂੰ ਆਪਣਾ ਦੇਵਤਾ ਕਰਕੇ ਮੰਨਦੇ ਸੀ। ਲੇਕਿਨ ਅੱਗੇ ਜਾ ਕੇ ਜਿਸਲੇ ਅਸੀਂ ਥੋੜਾ ਜਿਹਾ ਅੱਗੇ ਜਾਵਾਂਗੇ ਤਾਂ ਉੱਥੇ ਜਾ ਕੇ ਇਸ ਨੂੰ ਕਲੀਅਰਲੀ ਇਸ ਨੂੰ ਦੇਖਾਂਗੇ, ਜਿਸ ਲਈ ਅਸੀਂ ਜੋਨਾ ਦੀ ਪੁਸਤਕ ਦੇ ਵਿੱਚ ਜਾਵਾਂਗੇ। ਜੋਨਾ ਦੀ ਪੁਸਤਕ ਦੇ ਵਿੱਚ ਅਸੀਂ ਜਾ ਕੇ ਦੇਖਾਂਗੇ ਕਿ ਇਹ ਦਾਗੋਨ ਜਿਹੜਾ ਦੇਵਤਾ ਸੀਗਾ ਤੇ ਜਿਹੜੇ ਹੋਰ ਇਹਦੇ ਨਾਲ ਦੇ ਉੱਥੇ ਦੇਵਤੇ ਸੀ, ਉਸ ਇਲਾਕੇ ਦੇ ਲੋਕ ਵਰਸ਼ਿਪ ਕਰਦੇ ਸੀ, ਤਾਂ ਉਹ
किस तरह की जिंदगी सी, कौन लोग सी, कित्थों आए सी, किहड़े लोग सी, इत्थे आके क्यों बसे, उन्हां नूं असीं उत्थे जाके देखांगे। लेकिन हुण एक मेन चीज हुंदी पई आ। सो समसून जिसले मरिया तो समसून 1074 ਦੇ ਵਿੱਚ ਮਰਿਆ ਮਸੀਹ ਦੇ ਆਉਣ ਤੋਂ ਪਹਿਲਾਂ। ਔਰ ਸਮसून ਦੀ ਜਿਹੜੀ ਉਮਰ ਆ ਉਹਦੀ ਮੌਤ ਦੇ ਵੇਲੇ ਮੇਰਾ ਫਾਈਲ ਕਿੱਥੇ ਗਈ, आई थिंक उसकी उम्र 52 साल की है। हाँ जिसके यस 52 साल की उम्र, इसकी 52 साल की उम्र है और 51 साल की उम्र सैमुअल की। सो जिस वेले ये होया सी सैमुअल का इको ही चैप्टर पढ़ना, क्योंकि मैं तो इस तरह कन्फ्यूज नहीं करना मांगता, लेकिन असी जिसले पिछे देखा सी कि जिस वेले असी 13वें भाव दे विच गब्बे पहुंचे सीगे तो असी उत्थे देखा सी कि चैप्टर 1 तो लैके 7 तक जिहड़े सैमुअल दे चैप्टर वो इत्थे चलदे पए। ठीक, और वो एक वखरा कबीला सी जो दान दे कबीले दे नाल ही लगदा सी। और असी उसनूं जिसले ओहदे विच जावांगे तो उत्थे जाके असी देखांगे। सो 1127 दे विच समसून दा जन्म होया और 1128 दे विच सैमुअल दा जन्म। और जिसले मैं उत्थे जाना हुण जिद्दां मैं तुहानूं दसदा कि असीं 1074 दे विच सैमुअल दी उम्र होई, लेकिन जिद्दां ही असीं फर्स्ट सैमुअल ते जाना असीं फिर वो 1090 दीयां गल्लां करनियां शुरू कर देणियां, फिर थल्ले नूं आउणा शुरू कर देना। ਉਹਦਾ मतलब ਇਹ ਹੈ ਕਿ ਉਹ बहुत सारे चैप्टर ਇਹਦੇ ਵਿੱਚ ਆ, लेकिन वो एक ਵੱਖਰੇ ਕਬੀਲੇ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਹੋ ਰਹੀਆਂ। ਐਲੀ ਨਾਂ ਦਾ ਜਿਹੜਾ ਈਲਾਏ ਨਾਂ ਦਾ ਜਿਹੜਾ ਬੰਦਾ ਆ ਉਹ ਉਹਨਾਂ ਦਾ ਹਾਈ ਪ੍ਰੀਸਟ ਵੀ ਸੀ, ਜੱਜ ਵੀ ਸੀ, ਜਿਸ ਦੇ ਪੁੱਤਰ ਮੱਕਾਰ ਸੀ, ਲੋਕਾਂ ਨਾਲ ਧੋਖੇ ਧੜੀਆਂ ਕਰਦੇ ਸੀ, ਗਲਤ ਜੱਜਮੈਂਟ ਦਿੰਦੇ ਸੀ। ਪ੍ਰਭੂ ਨੇ ਉਹਨਾਂ ਨੂੰ ਇੱਕ ਉੱਚੀ ਜਗ੍ਹਾ ਤੇ ਬਿਠਾਇਆ ਸੀ, ਪੈਸੇ ਲੈ ਕੇ, लोगों को पैसे लैके जजमेंट करते पे। सो जिस वेले सैमुअल इसकी मौत हुई तो इसे तरह उन्होंने कबीले नूं भी तंग कीता पिया सीगा इन्हां लोकां ने। सो जिस वेले असीं प्रभु दे वचन दे विच देखते हैं तां मेरे नाल इसका 7वां भाव कड्डो पहले सैमुअल दा, और एफ्रेम कबीले दे विचों आ। एफ्रेम दा कबीला बिल्कुल दान दे कबीले दे नाल लगदा। सो दान दे कबीले दे उत्ते उन्होंने अपना पूरा कब्जा कर लिया सी, और उन्होंने गां हुण जिहड़ा एफ्राइम दा कबीला आ ओहदे उत्ते भी हमले बोलने शुरू कर दिते सी फिलिस्ती लोकां ने। और वो इक्को ही काम करदे सी, उन्हां नूं जमीन दी लोड़ नहीं सीगी बहुती दी, पैदावार इह करदे सी सारी, ਉਹ ਸੀ जाके लुट के जदों पक जांदी सी लुट के ते ले आउंदे सी। और उन्होंने कोल उन्ना क छड्डदे सी कि जिन्ने दे नाल खा के वो जिउंदे रहन, और खा के जिउंदे रहन, और फिर अगले साल वो फिर बीजण लेले पालन सारा कुछ करन, तो फिर उन्हां दे इज्जड़ दे विचों चंगे चंगे जाके चुक लिआउंदे सी। और ये जेडे 5-6 राजे सीगे तगड़े सीगे, और दूसरे पासे बिकॉज ये ऑलरेडी एक लड़ाके कौम दे विचों आए सी, चोर सीगे ਜਿਹੜੇ ਲਿਆ ਕੇ ਇਜਿਪਟ ਦੇ ਰਾਜੇ ਨੇ ਇੱਥੇ ਵਸਾਏ ਹੋ ਸੀਗੇ। ਇਜਿਪਟ ਦੇ ਰਾਜੇ ਦੀ ਪਿੱਛੇ ਇਹਨਾਂ ਨੂੰ ਸ਼ਹਿ ਸੀਗੀ। ਸੋ ਇਹ ਸਾਰੀਆਂ ਚੀਜ਼ਾਂ ਉੱਥੇ ਹੋ ਰਹੀਆਂ। ਸੋ ਹੁਣ ਅਸੀਂ ਕੀ ਦੇਖਦੇ ਪਏ ਹਾਂ ਕਿ ਜਿਸ ਦਿਨ ਇਹ ਕੰਮ ਹੋਇਆ, ਜਿਸ ਸਮੇਂ ਇਹ ਕੰਮ ਹੋਇਆ, ਉਧਰੋਂ ਨਾਲ ਸੈਮੂਅਲ 51 ਸਾਲ ਦੀ ਉਮਰ ਦਾ ਇਫਰਾਇਮ ਦੇ ਕਬੀਲੇ ਦੇ ਵਿੱਚ ਇਹ ਲੋਕ ਹਮਲੇ ਕਰਦੇ ਪਏ। ਠੀਕ, ਔਰ ਇਫਰਾਇਮ ਦੇ ਕਬੀਲੇ ਵਿੱਚ ਇੱਕ ਵਾਰ ਦੇਖ ਲੈਂਦੇ ਹਾਂ। Let me go back. Okay.
ਸੋ ਅਸੀਂ ਆ ਸਾਰਾ ਇਲਾਕਾ ਇੱਥੇ ਦੇਖਦੇ ਪਏ ਆ। ਅਸੀਂ ਅੱਗੇ ਬਿਯੋਂਡ ਦ ਲੋਕ, ਲੈਟ ਮੀ ਫਾਈਂਡ ਅ ਲਿਟਲ ਬਿਟ ਬੈਟਰ ਪਿਕਚਰ। really nice one running around here. So हाँ आ बढ़िया है। ਸੋ ਇੱਥੇ ਅਸੀਂ ਦੇਖਦੇ ਪਏ ਹਾਂ ਕਿ ਆ ਯਹੂਦਾ ਦਾ ਕਬੀਲਾ ਆ, ਆਹ ਦਾਨ ਦਾ ਕਬੀਲਾ ਆ। ਸਾਨੂੰ ਪਤਾ ਕਿ ਆ ਜਿਹੜਾ ਇਲਾਕਾ ਆ, ਇੰਨਾ ਜਿਹੜਾ ਕੰਢੇ ਕੰਢੇ ਦਾ ਇਲਾਕਾ ਆ, ਗਾਜ਼ਾ, ਐਗਲੋਨ, ਗਤ, ਅਸਦੋਦ, ਆ ਸਾਰੇ ਜਿਹੜੇ ਇਲਾਕੇ ਆ, ਇਹ ਜਿਹੜੇ ਇਲਾਕੇ ਆ, ਇਹ ਇਹਨਾਂ ਦੇ ਕਬਜ਼ੇ ਦੇ ਵਿੱਚ ਹਾਲੇ ਨਹੀਂ ਆਏ ਸੀ। ਔਰ ਜਿਹੜੇ ਫਿਲਿਸਤਾ ਲੋਕ ਸੀ ਉਹ ਸਾਰੇ ਇਸ ਇਲਾਕੇ ਦੇ ਵਿੱਚ ਰਹਿੰਦੇ ਪਏ ਸੀ। ਆ ਦਾਨ ਦਾ ਕਬੀਲਾ ਜਿਸ ਦੇ ਵਿੱਚੋਂ ਸਮਸੂਨ ਹੋਇਆ, ਆ ਐਫਰਾਇਮ ਦਾ ਕਬੀਲਾ ਜਿਹਦੇ ਵਿੱਚ ਸੈਮੂਅਲ ਹੋਇਆ, ਇਹ ਐਫਰਾਇਮ ਦਾ ਕਬੀਲਾ ਆ। ਔਰ ਇੱਥੇ ਸ਼ਾਇਲੋ ਨਾਂ ਦੀ ਜਗ੍ਹਾ ਦੇ ਉੱਤੇ ਪ੍ਰਭੂ ਦਾ ਪਵਿੱਤਰ ਤੰਬੂ ਆ, ਔਰ ਇੱਥੇ ਹੀ ਪਰਮੇਸ਼ਵਰ ਦੀ ਪਵਿੱਤਰ ਜਿਹੜੇ ਪਵਿੱਤਰ ਆਰਕ ਆ ਉਹ ਪਈ ਆ, ਆਰਕ ਆਫ ਦ ਕਵਨੈਂਟ, ਉਹ ਜਿਹੜਾ ਨੇਮ ਦਾ ਸੰਦੂਕ ਆ ਉਹ ਵੀ ਇੱਥੇ ਹੀ। ਔਰ ਇਸ ਕਰਕੇ ਜਿਹੜਾ ਪਵਿੱਤਰ ਜਿਹੜਾ ਤੰਬੂ ਆ, ਜਿਹੜਾ ਇਹ ਲੈ ਕੇ ਆਏ ਆ ਜਦੋਂ ਪ੍ਰਭੂ ਨੇ ਉਜਾੜ ਦੇ ਵਿੱਚ ਇਹਨਾਂ ਨੂੰ ਸਭ ਕੁਝ ਦਿੱਤਾ ਸੀ, ਉਹ ਇੱਥੇ ਆ। ਔਰ ਜਿਸ ਵੇਲੇ ਅਸੀਂ ਦੇਖਿਆ ਕਿ ਜਿਸ ਵੇਲੇ ਉਹਨਾਂ ਨੇ ਦੇਖ ਲਿਆ ਕਿ ਸੈਮਸਨ ਨੇ ਇਹਨਾਂ ਨੂੰ ਮਾਰ ਦਿੱਤਾ, ਔਰ ਅਸੀਂ ਉੱਥੇ ਕੀ ਦੇਖਦੇ ਪਏ ਹਾਂ ਕਿ 3000 ਲੋਕ ਛੱਤ ਤੇ ਖੜੇ ਤਮਾਸ਼ਾ ਦੇਖਦੇ ਪਏ ਸੀ। ਸੋ ਆਹ ਦਾਨ ਦਾ ਕਬੀਲਾ, ਆ ਐਫਰੀਮ ਦਾ ਕਬੀਲਾ, ਇੱਥੇ ਜਾ ਕੇ ਇਸ ਇਲਾਕੇ ਦੇ ਵਿੱਚ ਜਾ ਕੇ ਸਮਸੂਨ ਨੇ ਆਖਰ ਵਿੱਚ ਉਹਨਾਂ ਨੂੰ ਮਾਰ ਦਿੱਤਾ, ਨਾਲੇ ਆਪ ਮਰ ਗਿਆ। ਸੋ ਲੈਟ ਮੀ ਗੋ ਬੈਕ। ਸੋ ਜਿਸ ਵੇਲੇ ਅਸੀਂ ਇਹ ਦੇਖਦੇ ਪਏ ਹਾਂ ਕਿ ਸਮਸੂਨ ਨੇ ਉਹਨਾਂ ਨੂੰ ਕਮਜ਼ੋਰ ਕਰ ਦਿੱਤਾ, ਕਿਉਂਕਿ ਉਹ 5 ਰਾਜੇ ਉੱਥੇ ਬੈਠੇ ਆ, ਔਰ 5 ਉੱਥੇ ਬੈਠੇ ਆ ਉਹ, ਔਰ ਜਿਹੜੇ ਉਹਨਾਂ ਦੇ ਮੰਦਿਰ ਹੁੰਦੇ ਸੀ ਏਦਾਂ ਸਰਕਲ ਦੇ ਤੌਰ ਤੇ ਏਦਾਂ ਹੁੰਦੇ ਸੀ, ਉੱਤੇ ਛੱਤ ਹੁੰਦੀ ਸੀ, ਔਰ ਸਾਰੇ ਦਾ ਸਾਰਾ ਮੰਦਿਰ ਜਿਹੜਾ ਹੁੰਦਾ ਸੀ ਉਹ ਥੰਮਾਂ ਦੇ ਉੱਤੇ ਖੜਾ ਹੁੰਦਾ ਸੀ। ਸੋ ਜਿੱਦਾਂ ਕਿ ਅਗਰ ਤੁਸੀਂ ਇੱਕ ਥੰਮ ਨੂੰ ਧੱਕਾ ਮਾਰ ਦਿੱਤਾ ਤੇ ਉਹ ਦੂਜੇ ਉੱਤੇ ਡਿੱਗ ਗਿਆ ਤੇ ਤਾਸ਼ ਦੇ ਪੱਤਿਆਂ ਵਾਂਗੂ ਡਿੱਗ ਜਾਂਦਾ ਸੀ ਸਾਰੀ ਚੀਜ਼। ਪਰ ਜਿੰਨੀ ਦੇਰ ਤੱਕ ਉਹ ਥੰਮ ਖੜੇ ਆ, ਉਨੀ ਦੇਰ ਤੱਕ ਇਹ ਨਹੀਂ, ਔਰ ਕੋਈ ਮਾੜੀ ਮੋਟੀ ਚੀਜ਼ ਉਹਨਾਂ ਥੰਮਾਂ ਨੂੰ ਥੱਲੇ ਨਹੀਂ ਸੀ ਸੁੱਟ ਸਕਦੀ। ਕਾਗਜ਼ ਦੇ ਥੰਮ ਨਹੀਂ ਸੀ ਉਹ ਬਣੇ, ਉਹ ਬੜੇ ਮੋਟੀਆਂ ਮੋਟੀਆਂ ਦੀਵਾਰਾਂ ਹੁੰਦੀਆਂ ਸੀ, ਬੜੀਆਂ ਮੋਟੇ ਮੋਟੇ ਥੰਮ ਹੁੰਦੇ ਸੀ ਜਿਨ੍ਹਾਂ ਦੇ ਉੱਤੇ ਪੱਥਰ ਦੇ ਬਣੇ ਹੁੰਦੇ ਸੀ, ਜਿਨ੍ਹਾਂ ਦੇ ਉੱਤੇ ਸਾਰੀ ਇਮਾਰਤ ਦਾ ਬੋਝ, ਉੱਤੇ ਛੱਤ ਦਾ ਬੋਝ, ਔਰ ਉਹ ਗੱਭਿਓਂ ਖਾਲੀ ਹੁੰਦੀ ਸੀ। ਜਿਹੜਾ ਦੇਵਤਾ ਦਾ ਜਿਹੜੀ ਜਗ੍ਹਾ ਬਣੀ ਹੁੰਦੀ ਸੀ ਉਹ ਗੱਭੇ ਬਣੀ ਹੁੰਦੀ ਸੀ। ਲੋਕ ਉਸਦੇ ਆਲੇ ਦੁਆਲੇ ਛੱਤਾਂ ਦੇ ਉੱਤੇ ਜਿਹੜੇ ਖੜੇ ਹੁੰਦੇ ਸੀ ਤੇ ਉਸਦੇ ਵਿੱਚ ਜਿਹੜੇ ਬੈਠੇ ਹੁੰਦੇ ਸੀ ਉਹ ਜਿਹੜੇ ਲੋਕ ਹਾਇਰਾਰਕੀ, ਉਹਨਾਂ ਦੇ ਸੈਨਾਪਤੀ, ਉਹਨਾਂ ਦੀਆਂ ਪਤਨੀਆਂ, ਉਹਨਾਂ ਦੇ ਬੱਚੇ, ਰਾਜੇ, ਰਾਜਕੁਮਾਰ, ਇਸ ਤਰ੍ਹਾਂ ਦੇ ਲੋਕ ਜਿਹੜੇ ਸੀਗੇ, ਜਿਹੜੇ ਕਿ ਉਸ ਹਾਈ ਕੈਟਾਗਰੀ ਦੇ ਵਿੱਚ ਆਉਂਦੇ ਸੀ, ਉਹ ਥੱਲੇ ਆਮ ਜਿਹੜੇ ਲੋਕ ਕੀ ਹੁੰਦੇ ਸੀ ਉਹ ਉੱਤੇ ਛੱਤਾਂ ਦੇ ਉੱਤੇ ਹੁੰਦੀ ਸੀ, ਜਿਸ ਲਈ ਉਹ ਪੂਜਾ ਹੋ ਰਹੀ ਹੈ। ਇਹ ਇੱਕ ਸਪੈਸ਼ਲ ਮੌਕਾ ਹੈ, ਇੱਕ ਐਸਾ ਮੌਕਾ ਆ ਕਿ ਉਹਨਾਂ ਨੇ ਕਿਹਾ ਕਿ ਜਿਸ ਬੰਦੇ ਨੇ ਸਾਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ, ਸਾਡਿਆਂ ਲੋਕਾਂ ਨੂੰ ਇੰਨੀ ਤਬਾਹੀ ਮਚਾਈ, ਸਾਡੇ ਦੇਵਤੇ ਦਾਗੋਨ ਨੇ ਸਾਨੂੰ ਜਿੱਤ ਦਿੱਤੀ, ਸਾਨੂੰ ਜਿੱਤ ਦਿੱਤੀ। ਮਿਡਲ ਈਸਟ ਦੇ ਵਿੱਚ ਇਹ ਮੇਨ ਚੀਜ਼ ਗਿਣੀ ਜਾਂਦੀ ਸੀ। ਉੱਥੇ ਸਿਰਫ ਇਹੋ ਹੀ ਨਹੀਂ ਸੀ ਕਿ ਇੱਕ ਰਾਜੇ ਨੇ ਦੂਜੇ ਰਾਜੇ ਨੂੰ ਜਿੱਤ ਦੇ ਦਿੱਤੀ, ਜਾਂ ਇੱਕ ਫੌਜ ਨੇ ਦੂਜੀ ਫੌਜ ਨੂੰ ਜਿੱਤ ਦੇ ਦਿੱਤੀ। ਜਿੱਤ ਇਹ ਗਿਣੀ ਜਾਂਦੀ ਸੀ ਕਿ ਸਾਡਾ ਜਿਹੜਾ ਦੇਵਤਾ, ਹਰੇਕ ਸ਼ਹਿਰ ਦਾ ਆਪਣਾ ਆਪਣਾ ਦੇਵਤਾ ਹੁੰਦਾ ਸੀ, ਅਦਰ ਦੈਨ ਇਹ ਜਿਹੜੇ ਸੀਗੇ ਇਜ਼ਰਾਈਲੀ ਜਿਹੜੇ ਸੀਗੇ, ਉਹਨਾਂ ਦੇ ਵਿੱਚ ਇਸ ਤਰ੍ਹਾਂ ਨਹੀਂ ਸੀ। ਹਰ ਇੱਕ ਜਿੰਨੇ ਵੀ ਸ਼ਹਿਰ ਹੁੰਦੇ ਸੀ ਉਹਨਾਂ ਦਾ ਆਪਣਾ ਆਪਣਾ ਇੱਕ ਦੇਵਤਾ ਹੁੰਦਾ ਸੀ, ਮੇਨ ਡੀਟੀ ਦੇ ਨਾਲ ਨਾਲ ਇੱਕ ਆਪਣਾ ਸ਼ਹਿਰ ਦਾ ਦੇਵਤਾ ਵੀ ਹੁੰਦਾ ਸੀ।
ਸੋ ਜੇ ਇੱਕ ਨੇ ਦੂਸਰੇ ਉੱਤੇ ਹਮਲਾ ਕੀਤਾ ਔਰ ਉਸਨੇ ਜਿੱਤ ਪ੍ਰਾਪਤ ਕਰ ਲਈ ਤਾਂ ਉਸਦੇ ਦੇਵਤੇ ਦੀ ਜਿੱਤ ਹੋਈ, ਫੌਜ ਦੀ ਵੀ ਜਿੱਤ ਹੋਈ ਹੈ, ਸੈਨਾਪਤੀ ਦੀ ਵੀ ਜਿੱਤ ਹੋਈ ਹੈ, ਰਾਜੇ ਦੀ ਵੀ ਜਿੱਤ ਹੋਈ ਹੈ, ਪਰ ਨਾਲ ਉੱਥੇ ਦੇ ਦੇਵਤੇ ਦੀ ਵੀ ਜਿੱਤ ਹੋਈ ਹੈ। ਸੋ ਇੱਕ ਬਹੁਤ ਵੱਡਾ ਪ੍ਰੋਗਰਾਮ ਇਹ ਚੱਲ ਰਿਹਾ ਸੀ। ਉਹਨਾਂ ਨੇ ਜਿਸ ਲਈ ਪੂਜਾ ਤੋਂ ਬਗੈਰ, ਤੁਹਾਨੂੰ ਪਤਾ ਕਿ ਸਾਰੀ ਤਰ੍ਹਾਂ ਦੀ ਆਸ਼ੀ ਉਹਨਾਂ ਮੰਦਿਰਾਂ ਦੇ ਵਿੱਚ ਹੁੰਦੀ ਸੀ, ਹਰ ਤਰ੍ਹਾਂ ਦੀ ਚੀਜ਼ ਉੱਥੇ ਚੱਲਦੀ ਸੀ। ਸੋ ਜਿਸ ਵੇਲੇ ਉਹਨਾਂ ਨੇ ਖੂਬ ਖਾਧਾ ਪੀਤਾ, ਖੂਬ ਉਹਨਾਂ ਨੇ ਆਪਣੇ ਰੱਜੇ ਪਏ ਆ ਸਾਰੇ ਵਾਈਨ ਦੇ ਵਿੱਚ ਇਸ ਵੇਲੇ, ਸੋ ਕਹਿੰਦੇ ਉਹਨੂੰ ਲੈ ਕੇ ਆਓ, ਲਿਆਓ ਹੁਣ ਉਹਨੂੰ, ਦਿਖਾਈਏ ਇਹਨਾਂ ਨੂੰ ਕਿ ਇਹ ਕਿੱਡਾ ਕਿਸੇਗਾ ਜਿਹੜਾ ਦੌੜਾ ਫਿਰਦਾ ਸੀ, ਫੜ ਲਿਆ। ਦਾਗੋਨ ਨੇ ਜਿੱਤ ਦੇ ਦਿੱਤੀ ਆ। ਸੋ ਇੱਕ ਉਹ ਸਪੈਸ਼ਲ ਦਿਨ ਦੇ ਲਈ ਉਹਨੂੰ ਰੱਖਿਆ ਸੀ ਉਹਨਾਂ ਨੇ, ਸਪੈਸ਼ਲ ਦਿਨ ਦੇ ਲਈ। ਔਰ ਜਿਸ ਦਿਨ ਉਹ ਦਾਗੋਨ ਦੀ ਇੱਕ ਖਾਸ ਦਿਨ ਸੀ, ਜਿਸ ਦਿਨ ਉਸਦੀ ਪੂਜਾ ਕਰਦੇ ਸੀ। ਸਾਲ ਦੇ ਵਿੱਚ ਇੱਕ ਵਾਰੀ ਉਹ ਖਾਸ ਦਿਨ ਹੁੰਦਾ ਸੀ। ਸੋ ਹੁਣ ਤੁਸੀਂ ਆਪ ਸੋਚੋ ਕਿ ਕਿੰਨੇ ਉਹਨਾਂ 5 ਆਲੇ ਦੁਆਲੇ ਦੇ 5 ਸ਼ਹਿਰ, 5-7 ਸ਼ਹਿਰ ਸੀ ਇਹਨਾਂ ਦੇ ਐਕਚੁਅਲੀ ਤਾਂ, ਪਰ 5 ਗਿਣੇ ਜਾਂਦੇ ਸੀ। ਕਈ ਰਾਜਿਆਂ ਦੇ ਥੱਲੇ 2-2 ਸ਼ਹਿਰ ਵੀ ਸੀਗੇ। ਕਿੰਨੇ ਉੱਥੇ ਲੋਕ ਇਕੱਠੇ ਹੋਏ ਹੋਣਗੇ, ਲੋਕ ਛੱਤਾਂ ਤੇ ਚੜੇ ਹੋਣਗੇ। ਇਟਸ ਨਾਟ ਸਮਾਲ ਬਿਲਡਿੰਗ ਇਧਰ, ਇਹ ਛੋਟੀ ਬਿਲਡਿੰਗ ਵੀ ਛੋਟੀ ਨਹੀਂ। ਸੋ ਜਿਸ ਵੇਲੇ ਉਸਨੇ 2 ਖੰਭਿਆਂ ਨੂੰ ਨਾਲ ਭਾਰ ਪਾਉਣਾ ਸ਼ੁਰੂ ਕੀਤਾ ਤੇ ਇੱਕ ਖੰਭਾ ਦੂਜੇ ਖੰਭੇ ਦੇ ਵਿੱਚ ਜਾ ਕੇ ਵੱਜਿਆ, ਦੂਸਰਾ ਤੀਸਰੇ ਦੇ ਵਿੱਚ ਵੱਜਿਆ, ਨਾਲ ਜਿਹੜੀ ਸੀ ਸਾਰੀ ਜਿਹੜਾ ਬਾਕੀ ਦਾ ਜਿਹੜਾ ਸੀਗਾ ਸਿਸਟਮ ਸਾਰਾ ਹਿੱਲ ਗਿਆ, ਕਿਉਂਕਿ ਇੱਕ ਦੂਜੇ ਉੱਤੇ ਸਾਰੀਆਂ ਚੀਜ਼ਾਂ ਕਿੰਨਾ ਕਰਦੀਆਂ ਹੈਗੀਆਂ ਬੇਸਿਕਲੀ, ਕਿਉਂਕਿ ਇੱਕ ਕੰਧ ਦੂਸਰੀ ਕੰਧ ਦੇ ਸਹਾਰੇ ਆ, ਔਰ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਖੜੀਆਂ। ਔਰ ਜਿਸਲੇ ਇੱਕ ਚੀਜ਼ ਡਿੱਗਣ ਲੱਗੀ ਆ, ਫਿਰ ਨਾਲ ਸਾਰੀਆਂ ਡਿੱਗਦੀਆਂ, ਔਰ ਜਿਹੜੇ ਲੋਕ ਉੱਤੇ ਚੜ ਕੇ ਬੈਠੇ ਹੋ ਸਕੇ ਉਹ ਵੀ ਉਹਨਾਂ ਪੱਥਰਾਂ ਦੇ ਥੱਲੇ ਆ ਗਏ, ਉਹ ਵੀ ਮਰ ਗਏ। ਔਰ ਜਿਹੜੇ ਲੋਕ ਥੱਲੇ ਬੈਠੇ ਹੋ ਸਕੇ ਉਹ ਵੀ ਮਰ ਗਏ। ਔਰ ਹੁਣ ਇਸ ਵੇਲੇ ਉਹਨਾਂ ਦੇ ਵਿੱਚ ਹਾਹਾਕਾਰ ਪਈਗਾ। ਔਰ ਇਸ ਚੀਜ਼ ਦਾ ਫਾਇਦਾ ਸੈਮੂਅਲ ਨੇ ਉਠਾਇਆ। ਸੋ ਅਸੀਂ ਸਿਰਫ ਇਸ ਦਾ ਇੱਕ ਚੈਪਟਰ ਦੇਖਾਂਗੇ, ਔਰ ਇਹ ਸਿਰਫ ਇਸ ਲਈ ਦੇਖਾਂਗੇ ਕਿਉਂਕਿ 1074 ਜਿਹੜਾ ਮਸੀਹ ਦੇ ਆਉਣ ਤੋਂ ਪਹਿਲਾਂ BC ਦੇ ਵਿੱਚ ਸੈਮੂਅਲ ਨੇ ਦੇਖਿਆ ਕਿ ਜਿਸ ਵੇਲੇ ਹੁਣ ਸਮਾਂ ਆ, ਲੋਹਾ ਜਿਹੜਾ ਤੱਤਾ ਆ, ਥੋੜੀ ਦੇਰ ਤਾਂ ਸ਼ਾਂਤੀ ਰਹੂਗੀ ਇਹਨਾਂ ਤੋਂ, ਸੋ ਹੁਣ ਹਮਲਾ ਕਰਨ ਦਾ ਸਮਾਂ ਹੈ। ਸੋ ਸੈਮੂਅਲ ਨੇ ਆਪਣੀਆਂ ਫੌਜਾਂ ਨੂੰ, ਆਪਣਿਆਂ ਲੋਕਾਂ ਨੂੰ, ਇਫਰਾਇਮ ਦੇ ਕਬੀਲੇ ਦੀ ਫੌਜ ਨੂੰ ਇਕੱਠਾ ਕੀਤਾ ਤੇ ਉਸਨੇ ਹਮਲਾ ਕੀਤਾ। ਸੋ ਆਓ ਇਸ ਨੂੰ ਦੇਖੀਏ। 7ਵਾਂ ਭਾਵ ਉਸਦੀ ਅਸੀਂ 2 ਆਇਤ ਤੋਂ ਲੈ ਕੇ ਉਸਦੀ 15 ਆਇਤ ਤੱਕ ਦੇਖਾਂਗੇ, ਕਿਉਂਕਿ ਉਸਦੀ ਜਿਹੜੀ ਪਹਿਲੀ ਆਇਤ ਸਾਨੂੰ ਪਿੱਛੇ ਨੂੰ ਲੈ ਜਾਂਦੀ ਹੈ। ਸੋ ਉੱਥੋਂ ਬਹੁਤ ਸਾਰੇ ਹੋਰ ਕੁਐਸਚਨ ਖੜੇ ਹੋ ਜਾਂਦੇ ਆ, ਸੋ ਅਸੀਂ ਉਧਰ ਨੂੰ ਨਹੀਂ ਜਾਣਾ। ਇਸ ਦੀ ਅਸੀਂ ਦੂਸਰੀ ਆਇਤ, ਪਹਿਲਾ ਸੈਮੂਅਲ 400 ਪੇਜ ਆ, 400 ਪੇਜ ਨੰਬਰ ਆ, ਉਸਦੀ 2 ਆਇਤ ਤੋਂ ਲੈ ਕੇ ਉਸਦੀ 17 ਆਇਤ ਤੱਕ, ਜਿਸ ਨੂੰ ਮਿਲ ਜਾਏ। ਮੈਂ ਪੜ੍ਹਦੀ ਨਹੀਂ ਪਾਸਟਰ ਜੀ। ਸੈਮੂਅਲ ਦਾ ਇਜ਼ਰਾਈਲੀਆਂ ਦੀ ਅਗਵਾਈ ਕਰਨਾ। ਪ੍ਰਭੂ ਦੇ ਨੇਮ ਦਾ ਸੰਦੂਕ ਕਿਰਯਤ ਯਾਰੀਮ ਵਿੱਚ ਪੂਰੇ 20 ਸਾਲ ਰਿਹਾ, ਅਤੇ ਇਸ ਸਾਰੇ ਸਮੇਂ ਵਿੱਚ ਸਾਰੀ ਇਜ਼ਰਾਈਲੀ ਕੌਮ ਪ੍ਰਭੂ ਦੀ ਸੰਗਤ ਲਈ ਵਿਰਲਾਪ ਕਰਦੀ ਰਹੀ। ਤਦ ਸੈਮੂਅਲ ਨੇ ਸਭ ਇਜ਼ਰਾਈਲੀਆਂ ਨੂੰ ਸੱਦ ਕੇ ਕਿਹਾ, ਜੇਕਰ ਤੁਸੀਂ ਸੱਚਮੁੱਚ ਸੱਚੇ ਦਿਲੋਂ ਪ੍ਰਭੂ ਦੀ ਵੱਲ ਮੁੜ ਰਹੇ ਹੋ ਤਾਂ ਤੁਸੀਂ ਆਪਣੇ ਵਿੱਚੋਂ ਪਰਾਏ ਦੇਵਤਿਆਂ ਅਤੇ ਅਸ਼ਤਾਰੋਥ ਦੇਵਤੇ ਦੇ ਬੁੱਤਾਂ ਨੂੰ ਕੱਢ ਦੇਵੋ। ਇਹ ਕਰਕੇ ਤੁਸੀਂ ਆਪਣੇ ਮਨ ਪੂਰੀ ਤਰ੍ਹਾਂ ਨਾਲ ਪ੍ਰਭੂ ਵੱਲ ਲਾ ਕੇ ਉਸ ਦੀ ਸੇਵਾ ਕਰੋ, ਤਾਂ ਪ੍ਰਭੂ ਤੁਹਾਨੂੰ ਫਿਲਿਸਤੀਆਂ ਦੇ ਹੱਥੋਂ ਬਚਾਵੇਗਾ। ਸੋ ਇਜ਼ਰਾਈਲੀਆਂ ਨੇ ਆਪਣੇ ਵਿੱਚੋਂ ਬਾਲਾ ਅਤੇ ਅਸ਼ਤਾਰੋਤ ਦੇ ਦੇਵਤਿਆਂ ਦੇ ਬੁੱਤ ਕੱਢ ਦਿੱਤੇ ਅਤੇ ਉਹ ਕੇਵਲ ਪ੍ਰਭੂ ਦੀ ਉਪਾਸਨਾ ਕਰਨ ਲੱਗੇ। ਤਦ ਸੈਮੂਅਲ ਨੇ ਕਿਹਾ, ਸਭ ਇਜ਼ਰਾਈਲੀਆਂ ਨੂੰ ਮਿਸਪਾ ਦੀ ਥਾਂ ਉੱਤੇ ਇਕੱਠਿਆਂ ਕਰੋ, ਤਾਂ ਮੈਂ ਪ੍ਰਭੂ ਅੱਗੇ ਸਭ ਲਈ ਪ੍ਰਾਰਥਨਾ ਕਰਾਂਗਾ। ਸੋ ਸਭ ਇਜ਼ਰਾਈਲੀ ਮਿਸਪਾ ਵਿੱਚ ਇਕੱਠੇ ਹੋਏ। ਉਹਨਾਂ ਨੇ ਪਾਣੀ ਭਰ ਕੇ ਪ੍ਰਭੂ ਦੇ ਅੱਗੇ ਡੋਲਿਆ ਅਤੇ ਉਸ ਦਿਨ ਵਰਤ ਰੱਖਿਆ। ਉਹਨਾਂ ਨੇ ਕਿਹਾ, ਅਸੀਂ ਪ੍ਰਭੂ ਦੇ ਵਿਰੁੱਧ ਪਾਪ ਕੀਤਾ ਹੈ। ਮਿਸਪਾ ਵਿੱਚ ਬੈਠ ਕੇ ਹੀ ਸੈਮੂਅਲ ਇਜ਼ਰਾਈਲੀਆਂ ਦੇ ਝਗੜੇ ਦਾ ਫੈਸਲਾ ਕਰਦਾ ਹੁੰਦਾ ਸੀ। ਪਰ ਜਦੋਂ 5 ਫਿਲਿਸਤੀ
ਸਰਦਾਰਾਂ ਨੂੰ ਪਤਾ ਲੱਗਾ ਕਿ ਇਜ਼ਰਾਈਲੀ ਲੋਕ ਮਿਸਪਾ ਦੀ ਥਾਂ ਉੱਤੇ ਇਕੱਠੇ ਹੋਏ ਹਨ ਤਾਂ ਉਹਨਾਂ ਨੇ ਇਜ਼ਰਾਈਲੀਆਂ ਉੱਤੇ ਚੜ੍ਹਾਈ ਕਰ ਦਿੱਤੀ। ਇਜ਼ਰਾਈਲੀ ਇਹ ਸੁਣ ਕੇ ਬਹੁਤ ਡਰ ਗਏ। ਉਹਨਾਂ ਨੇ ਸੈਮੂਅਲ ਨੂੰ ਕਿਹਾ, ਤੂੰ ਸਾਡੇ ਲਈ ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਰਹਿ ਕਿ ਉਹ ਸਾਨੂੰ ਫਿਲਿਸਤੀਆਂ ਦੇ ਹੱਥੋਂ ਬਚਾਈ ਰੱਖੇ। ਸੈਮੂਅਲ ਨੇ ਇੱਕ ਦੁੱਧ ਚੁੰਗ ਦਾ ਲੇਲਾ ਲੈ ਕੇ ਉਸਨੂੰ ਪੂਰਿਆਂ ਪ੍ਰਭੂ ਦੇ ਸਾਹਮਣੇ ਹੋਮ ਬਲੀ ਦੇ ਤੌਰ ਤੇ ਚੜਾਇਆ। ਉਸਨੇ ਪ੍ਰਭੂ ਅੱਗੇ ਇਜ਼ਰਾਈਲੀਆਂ ਦੀ ਮਦਦ ਲਈ ਪ੍ਰਾਰਥਨਾ ਵੀ ਕੀਤੀ, ਜੋ ਪ੍ਰਭੂ ਨੇ ਸੁਣੀ। ਜਦੋਂ ਸੈਮੂਅਲ ਪ੍ਰਭੂ ਅੱਗੇ ਬਲੀ ਚੜਾ ਰਿਹਾ ਸੀ ਤਾਂ ਉਸੇ ਵੇਲੇ ਫਿਲਿਸਤੀ ਇਜ਼ਰਾਈਲੀਆਂ ਉੱਤੇ ਹੱਲਾ ਬੋਲਣ ਲਈ ਅੱਗੇ ਵਧੇ, ਪਰ ਪ੍ਰਭੂ ਨੇ ਆਕਾਸ਼ ਵਿੱਚ ਇੱਕ ਵੱਡੀ ਗਰਜਨ ਕੀਤੀ, ਜਿਸ ਨਾਲ ਫਿਲਿਸਤੀ ਘਬਰਾ ਕੇ ਭੈਭੀਤ ਹੋ ਕੇ ਨੱਠ ਉੱਠੇ। ਤਦ ਇਜ਼ਰਾਈਲੀਆਂ ਨੇ ਮਿਸਪਾ ਤੋਂ ਨਿਕਲ ਕੇ ਬੈਤਕਰ ਤੱਕ ਪਿੱਛਾ ਕੀਤਾ ਅਤੇ ਉਹਨਾਂ ਨੂੰ ਮਾਰਿਆ। ਤਦ ਸੈਮੂਅਲ ਨੇ ਇੱਕ ਪੱਥਰ ਲੈ ਕੇ ਮਿਸਪਾ ਤੇ ਸ਼ੇਨ ਦੇ ਵਿਚਕਾਰ ਖੜਾ ਕੀਤਾ ਅਤੇ ਉਸਦਾ ਨਾਂ ਅਬਨ ਅਜ਼ਰ ਇਹ ਕਹਿ ਕੇ ਰੱਖਿਆ, ਇੱਥੋਂ ਤੱਕ ਪ੍ਰਭੂ ਨੇ ਸਾਡੀ ਮਦਦ ਕੀਤੀ ਹੈ। ਇਸ ਤਰ੍ਹਾਂ ਫਿਲਿਸਤੀ ਇਜ਼ਰਾਈਲੀਆਂ ਦੇ ਹੱਥੋਂ ਉਸ ਦਿਨ ਹਾਰ ਗਏ ਅਤੇ ਸੈਮੂਅਲ ਜਦੋਂ ਤੱਕ ਜਿਉਂਦਾ ਰਿਹਾ, ਪ੍ਰਭੂ ਨੇ ਉਹਨਾਂ ਨੂੰ ਇਜ਼ਰਾਈਲੀਆਂ ਦੇ ਵਿਰੁੱਧ ਸਿਰ ਨਾ ਚੁੱਕਣ ਦਿੱਤਾ। ਅਕਰੋਨ ਅਤੇ ਗਤ ਦੇ ਵਿਚਕਾਰ ਸਭ ਨਗਰ ਜੋ ਫਿਲਿਸਤੀਆਂ ਨੇ ਇਜ਼ਰਾਈਲੀਆਂ ਕੋਲੋਂ ਖੋਏ ਸਨ, ਉਹਨਾਂ ਵਾਪਸ ਲੈ ਲਏ। ਇਸ ਸਾਰੇ ਸਮੇਂ ਵਿੱਚ ਇਜ਼ਰਾਈਲੀਆਂ ਅਤੇ ਅਮੋਰੀਆਂ ਵਿੱਚ ਸ਼ਾਂਤੀ ਵੀ ਰਹੀ। ਸੈਮੂਅਲ ਆਪਣੀ ਉਮਰ ਭਰ ਇਜ਼ਰਾਈਲੀਆਂ ਦੀ ਅਗਵਾਈ ਕਰਦਾ ਰਿਹਾ। ਉਹ ਸਾਲ ਭਰ ਵਿੱਚ ਥਾਂ-ਥਾਂ ਅਰਥਾਤ ਬੈਤੇਲ, ਗਿਲਗਾਲ, ਮਿਸਪਾ ਆਦਿ ਨਗਰਾਂ ਵਿੱਚ ਜਾ ਕੇ ਇਜ਼ਰਾਈਲੀਆਂ ਦਾ ਨਿਆਂ ਕਰਦਾ ਸੀ। ਅੰਤ ਵਿੱਚ ਉਹ ਫਿਰ ਆਪਣੇ ਨਗਰ ਰਮਾ ਵਿੱਚ ਆਪਣੇ ਘਰ ਆ ਜਾਂਦਾ ਸੀ ਅਤੇ ਉੱਥੇ ਹੀ ਉਹ ਇਜ਼ਰਾਈਲੀਆਂ ਦਾ ਨਿਆਂ ਕਰਦਾ ਸੀ। ਉਸਨੇ ਉੱਥੇ ਪ੍ਰਭੂ ਦੇ ਲਈ ਇੱਕ ਵੇਦੀ ਵੀ ਬਣਾਈ ਸੀ। ਸੋ ਅਸੀਂ ਪ੍ਰਭੂ ਦੇ ਵਚਨ 'ਚ ਇਹ ਦੇਖਦੇ ਪਏ ਹਾਂ ਕਿ ਇਸ ਦੇ ਨਾਲ ਹੁਣ ਇੱਕ ਚੀਜ਼, ਫਿਰ ਇਹ ਸਰਦਾਰ ਕਿੱਥੋਂ ਆਏ ਜੀ? ਇਹ ਸਰਦਾਰ ਉਹ ਆ ਜਿਹੜੇ ਉਹਨਾਂ ਨੇ ਇਸ ਵਾਦੀ ਦੇ ਵਿੱਚ, ਜਿੱਥੇ ਇਫਰਾਇਮ ਦਾ ਕਬੀਲਾ ਆ, ਜਿੱਥੇ ਉਹਨਾਂ ਨੇ ਆਪਣੀਆਂ ਫੌਜਾਂ ਬਿਠਾਈਆਂ, ਜਿਹੜੇ ਉੱਥੇ ਨਹੀਂ ਗਏ ਸੀ, ਇਹ ਉਹ ਲੋਕ, ਕਿਉਂਕਿ ਕਬਜ਼ੇ ਦੇ ਲਈ ਕੁਛ ਤਾਂ ਰੱਖਣਾ ਪੈਂਦਾ ਨਾ, ਲਾਈਨ ਤੇ ਰਹਿਣ। ਸੋ ਇਹ ਉਹ ਲੋਕ, ਉਹਨਾਂ ਨੇ ਦੇਖਿਆ ਕਿ ਇਜ਼ਰਾਈਲੀ ਇਕੱਠੇ ਹੁੰਦੇ ਪਏ, ਉਹਨਾਂ ਨੇ ਦੇਖਿਆ ਪਿਛਲਾ ਜਿਹੜਾ ਹੈਗਾ ਦਾਨ ਦੇ ਕਬੀਲੇ ਦਾ, ਉਹ ਵੀ ਸਾਡੇ ਹੱਥੋਂ ਜਾਂਦਾ ਰਿਹਾ ਹੈ। ਹੁਣ ਇਜ਼ਰਾਈਲੀ ਵੀ ਇਹ ਵੀ ਇਕੱਠੇ ਹੁੰਦੇ ਪਏ ਆ, ਇਫਰਾਇਮ ਦਾ ਕਬੀਲਾ ਵੀ ਇਕੱਠਾ ਹੁੰਦਾ ਪਿਆ। ਔਰ ਫਿਰ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਉੱਤੇ ਹਮਲਾ ਕੀਤਾ ਜਾਏ, ਉਹਨਾਂ ਨੂੰ ਖਦੇੜਿਆ ਜਾਏ ਤਾਂ ਕਿ ਇੱਕ ਜਗ੍ਹਾ ਤੇ ਨਾ ਰਹਿਣ। ਲੇਕਿਨ ਸੈਮੂਅਲ ਨੇ ਉਸ ਸਮੇਂ ਪ੍ਰਭੂ ਨੇ ਨਾ ਕਿ ਉਹਨਾਂ ਦਿਨਾਂ ਦੇ ਵਿੱਚ ਪ੍ਰਭੂ ਨੇ ਉਹਨਾਂ ਨੂੰ ਉੱਥੋਂ ਖਤਮ ਕੀਤਾ, ਉਹਨਾਂ ਨੂੰ ਸ਼ਾਂਤੀ ਦਿੱਤੀ। ਉਸ ਦੇ ਨਾਲ ਪ੍ਰਭੂ ਨੇ ਇਫਰਾਇਮ ਦੇ ਕਬੀਲੇ ਨੂੰ ਵੀ ਸ਼ਾਂਤੀ ਦਿੱਤੀ। ਇਫਰਾਇਮ ਦੇ ਕਬੀਲੇ ਤੇ ਵੀ ਉਸਨੇ ਆਪਣੀ ਦਇਆ ਕੀਤੀ ਔਰ ਛੁਟਕਾਰਾ ਦਿੱਤਾ। ਬਹੁਤ ਪਰਸਨਲ, ਇਹ ਕਹਿ ਜਾਣਾ ਕਿ ਸਭ ਦਾ ਦਾਤਾ, ਸਭ ਦਾ ਪਰਮੇਸ਼ਰ, that's a different thing। ਉਹ ਤਾਂ ਬਾਈਬਲ ਦੇ ਵਿੱਚ ਵੀ ਲਿਖਿਆ ਕਿ ਪ੍ਰਭੂ ਨੇ ਕਿ ਇੰਨਾ ਉਸਨੇ ਪਰਮੇਸ਼ਰ ਨੇ ਜਗਤ ਦੇ ਨਾਲ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਜੋ ਕੋਈ ਉਸ ਤੇ ਨਿਹਚਾ ਕਰੇ ਸਦਾ ਦੀ ਜ਼ਿੰਦਗੀ ਪਾਏ, ਨਾਸ਼ ਨਾ ਹੋਏ ਪਰ ਸਦਾ ਦੀ ਜ਼ਿੰਦਗੀ ਪਾਏ। ਠੀਕ, ਉੱਥੇ ਤਾਂ ਪ੍ਰਭੂ ਦਾ ਪਿਆਰ ਤਾਂ ਅਸੀਂ ਸਾਰਿਆਂ ਦੇ ਲਈ ਦੇਖਦੇ ਪਏ, ਪਰ ਤੁਹਾਨੂੰ ਉਹ ਜਿਹੜੇ ਪ੍ਰਭੂ ਨੂੰ, ਜਿਨ੍ਹਾਂ ਦੇ ਦਿਲ ਦੇ ਵਿੱਚ ਉਸਨੇ ਆਪਣਾ ਪਿਆਰ ਪਾਇਆ, ਆਪਣੇ ਲਈ ਪਿਆਰ ਪਾਇਆ, ਜਿੱਥੇ ਇੱਕ ਪਿਆਰ ਦਾ ਰਿਸ਼ਤਾ ਹੈ, ਜਿੱਥੇ ਇੱਕ ਤੂੰ ਤੇ ਮੈਂ ਦਾ ਰਿਸ਼ਤਾ ਹੈ, ਇਹ ਪ੍ਰਭੂ ਨੇ ਸਾਨੂੰ ਦਿੱਤਾ ਹੈ। ਇਹ ਪ੍ਰਭੂ ਨੇ ਸਾਨੂੰ ਦਿੱਤਾ ਹੈ। ਜੇ ਪ੍ਰਭੂ ਨੇ ਇਹਨਾਂ ਨੂੰ ਲੈ ਕੇ ਆਇਆ, ਇਹਨਾਂ ਨੂੰ ਧਰਤੀ ਦਿੱਤੀ ਹੈ, ਔਰ ਇਹ ਪ੍ਰਭੂ ਤੋਂ ਦੂਰ ਜਾਂਦੇ ਆ ਤਾਂ ਇਹਨਾਂ ਤੇ ਸਜ਼ਾ ਆਉਂਦੀ ਆ, ਲੇਕਿਨ ਪ੍ਰਭੂ ਸਦਾ ਤੱਕ ਨਹੀਂ ਰਹਿਣ ਦਿੰਦਾ, ਇਹਨਾਂ ਨੂੰ ਵਾਪਸ ਲੈ ਕੇ ਆਉਂਦਾ, ਵਾਪਸ ਆਪਣੇ ਖੇਮੇ ਦੇ ਵਿੱਚ ਲੈ ਕੇ ਆਉਂਦਾ ਔਰ ਇਹਨਾਂ ਨੂੰ ਬਰਕਤ ਦਿੰਦਾ। ਆਓ ਦੁਆ ਕਰੀਏ ਆਪਣੇ ਆਪ ਨੂੰ। ਪਿਆਰੇ ਪ੍ਰਭੂ, ਤੇਰਾ ਸ਼ੁਕਰ ਕਰਦੇ ਹਾਂ, ਤੇਰੇ ਵਚਨ ਦੇ ਵਿੱਚੋਂ ਸਾਨੂੰ ਬਹੁਤ ਕੁਝ ਪ੍ਰਭੂ ਜੀ ਸਿੱਖਣ ਨੂੰ ਮਿਲਦਾ।
ਤੇਰੀ ਦਇਆ ਦੇ ਵਿੱਚੋਂ ਸਾਨੂੰ ਬਹੁਤ ਕੁਝ ਦੇਖਣ ਨੂੰ ਮਿਲਦਾ ਕਿ ਤੂੰ ਕਿਸ ਤਰ੍ਹਾਂ ਸਾਡੇ ਨਾਲ। ਪਿਆਰੇ ਪ੍ਰਭੂ, ਇਹ ਸਿਰਫ ਦਿਮਾਗ ਦੇ ਲਈ ਸਿੱਖਣ ਦੀਆਂ ਚੀਜ਼ਾਂ ਨੇ, ਪਰ ਦਿਲ ਦੇ ਲਈ, ਕਿ ਸਾਡਾ ਦਿਲ ਮਹਿਸੂਸ ਕਰੇ ਕਿ ਸਾਡੇ ਪ੍ਰਭੂ ਦੀ ਹਜ਼ੂਰੀ ਕਿਸ ਤਰ੍ਹਾਂ ਸਾਡੇ ਨਾਲ। ਜਿੱਦਾਂ ਦੇ ਤੇਰੇ ਦਿਨ ਹੋਣਗੇ ਉਦਾਂ ਦੀ ਮੇਰੀ ਦਇਆ ਹੋਏਗੀ, ਤੇਰਾ ਵਚਨ ਕਹਿੰਦਾ। ਪ੍ਰਭੂ ਜੀ, ਆਪਣੇ ਬੱਚਿਆਂ ਦੇ ਨਾਲ ਤੂੰ ਬਣਿਆ ਰਹਿ। ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਭੂ ਜੀ ਤੂੰ ਇਹਨਾਂ ਦੀ ਸੰਭਾਲ ਕਰੀ। ਇਹਨਾਂ ਦੇ ਬੱਚਿਆਂ ਨੂੰ, ਬੱਚਿਆਂ ਦੇ ਬੱਚਿਆਂ ਦੇ ਉੱਤੇ ਪ੍ਰਭੂ ਜੀ ਤੂੰ ਕਿਰਪਾ ਕਰੀ। ਜੋ ਸਾਡੇ ਭੈਣ, ਜੋ ਬੱਚੇ ਪ੍ਰਭੂ ਜੀ ਯੋਗ ਹੋ ਚੁੱਕੇ ਆ, ਤੂੰ ਉਹਨਾਂ ਦੇ ਲਈ ਸਹੀ ਤਰ੍ਹਾਂ ਦਾ ਪ੍ਰਭੂ ਜੀ ਜੀਵਨ ਸਾਥੀ ਲੱਭ ਕੇ ਦੇ, ਜਿਸ ਦੇ ਨਾਲ ਖੁਦਾਵੰਦ ਉਹ ਆਪਣਾ ਘਰ ਤੇਰੇ ਵਿੱਚ ਵਸਾ ਸਕਣ, ਜਿਸ ਦੇ ਨਾਲ ਸਾਡਿਆਂ ਦਿਲਾਂ ਨੂੰ ਵੀ ਖੁਸ਼ੀ ਹੋਏ ਔਰ ਤੈਨੂੰ। ਸਾਰੇ ਸਮੇਂ ਨੂੰ, ਆਉਣ ਵਾਲੇ ਸਮੇਂ ਨੂੰ ਅਸੀਂ ਤੇਰੇ ਪਵਿੱਤਰ ਹੱਥਾਂ 'ਚ ਦਿੰਦੇ ਹਾਂ, ਮਸੀਹ ਯਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ। ਔਰ ਸਾਰੇ ਭੈਣ ਭਰਾ ਕਹਿੰਦੇ ਬਲੈਸ ਯੂ। ਖੁਦਾਵੰਦ ਤੁਹਾਨੂੰ ਬਰਕਤ ਦੇ। ਸੰਡੇ ਨੂੰ ਮਿਲਾਂਗੇ ਚਰਚ ਦੇ ਵਿੱਚ। ਸਾਡੇ ਲਈ ਕੀ ਆ? ਤਿਉਹਾਰ। ਹਰ ਸਬਤ ਦਾ ਦਿਨ ਸਾਡੇ ਲਈ ਤਿਉਹਾਰ। ਇੱਕ ਤਿਉਹਾਰ ਮਨਾਉਣ ਪ੍ਰਭੂ ਦੇ ਘਰ ਜਾਇਆ ਕਰੋ, ਕਿਉਂਕਿ ਪ੍ਰਭੂ ਨੇ ਸਭ ਤੋਂ ਪਹਿਲਾ ਜਿਹੜਾ ਤਿਉਹਾਰ ਪ੍ਰਭੂ ਨੇ ਆਦਮ ਦੇ ਨਾਲ ਮਿਲ ਕੇ ਮਨਾਇਆ ਸੀ, ਉਹ ਸਬਤ ਦਾ ਤਿਉਹਾਰ ਸੀ। ਬਲੈਸ ਯੂ। ਖੁਦਾਵੰਦ ਤੁਹਾਨੂੰ ਬਹੁਤ ਬਰਕਤ ਦੇ, ਤੁਹਾਡੇ ਸਾਰਿਆਂ ਦੇ ਨਾਲ।